ਹੈਲੋ ਸਟੂਡੈਂਟ, ਵੈਲਕਮ ਇਨ ਦਾ ਇਕਨੋਮਿਕਸ ਕਲਾਸ। ਅੱਜ ਦੀ +1 ਦੀ ਕਲਾਸ ਦੇ ਵਿੱਚ ਅਸੀਂ ਜਿਹੜਾ ਟੌਪਿਕ ਪੜ੍ਹਨ ਜਾ ਰਹੇ ਹਾਂ ਉਹ ਪਾਠ 3 ਦੇ ਉਪਭੋਗਤਾ ਸੰਤੁਲਨ ਦੇ ਲੈਸਨ ਵਿੱਚੋਂ ਲਿਆ ਗਿਆ ਹੈ, ਜਿਸ ਦੇ ਵਿੱਚ ਕੀ ਅਸੀਂ ਉਪਭੋਗਤਾ ਦਾ ਅਰਥ, ਜਟਿਲਿਟੀ, ਤੁਸ਼ਟੀ ਗੁਣ ਦਾ ਅਰਥ, ਤੁਸ਼ਟੀ ਗੁਣ ਦੀਆਂ ਕਿਸਮਾਂ, ਸਮਾਨ ਤੁਸ਼ਟੀ ਗੁਣ, ਕੁੱਲ ਤੁਸ਼ਟੀ ਗੁਣ, ਇਹਨਾਂ ਦੀਆਂ ਕਿਸਮਾਂ ਤੇ ਇਹਨਾਂ ਦੀਆਂ ਸ਼੍ਰੇਣੀਆਂ ਦੇ ਬਾਰੇ ਆਪਾਂ ਪੜ੍ਹਾਂਗੇ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ। ਸਭ ਤੋਂ ਪਹਿਲਾਂ ਜਿਹੜਾ ਟੌਪਿਕ ਦੇ ਵਿੱਚ ਆਪਣਾ ਕੁਐਸਚਨ ਆਉਂਦਾ ਹੈ ਉਹ ਹੈ ਉਪਭੋਗਤਾ ਕੌਣ ਹੁੰਦਾ ਹੈ। ਉਪਭੋਗਤਾ ਕੀ ਇੱਕ ਵਿਅਕਤੀ ਹੈ, ਇੱਕ ਆਰਥਿਕ ਏਜੰਟ ਹੈ ਜੋ ਕਿ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਕਰਦਾ ਹੈ, ਉਹਨਾਂ ਨੂੰ ਵਰਤ ਕੇ ਆਪਣੀਆਂ ਲੋੜਾਂ ਨੂੰ ਸੰਤੁਸ਼ਟ ਕਰਦਾ ਹੈ। ਇਹ ਜਿਹੜੀਆਂ ਵਸਤੂਆਂ ਹੁੰਦੀਆਂ ਨੇ ਇਹ ਅੰਤਿਮ ਵਸਤੂਆਂ ਹੁੰਦੀਆਂ ਨੇ ਜੋ ਕਿ ਬਾਜ਼ਾਰ ਦੇ ਵਿੱਚ ਉਪਭੋਗਤਾ ਦੇ ਲਈ, ਖਰੀਦਣ ਦੇ ਲਈ, ਵਰਤਣ ਦੇ ਲਈ ਪਹੁੰਚ ਜਾਂਦੀਆਂ ਹਨ। ਸੋ ਉਪਭੋਗਤਾ ਕੀ ਇੱਕ ਆਰਥਿਕ ਏਜੰਟ ਆ, ਇੱਕ ਵਿਅਕਤੀ ਹੈ ਜੋ ਕਿ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਕਰਦਾ ਹੈ। ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਉਪਭੋਗਤਾ ਕੀ ਬਾਜ਼ਾਰ ਵਿੱਚ ਜਾ ਕੇ ਬ੍ਰੈਡ ਦਾ ਪੈਕਟ ਖਰੀਦਦਾ ਹੈ ਅਤੇ ਉਸ ਨੂੰ ਘਰ ਦੇ ਵਿੱਚ ਲਿਆ ਕੇ ਖਾਂਦਾ ਹੈ। ਖਾਣ ਤੋਂ ਬਾਅਦ ਉਸਦੀ ਕੀ ਭੁੱਖ ਦੀ ਜਿਹੜੀ ਲੋੜ ਹੈ ਪੂਰੀ ਹੁੰਦੀ ਹੈ। ਸੋ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਉਪਭੋਗਤਾ ਕੌਣ ਹੁੰਦਾ ਹੈ। ਇੱਕ ਵਿਅਕਤੀ ਜੋ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਵਸਤੂਆਂ ਅਤੇ ਸੇਵਾਵਾਂ ਦੀ ਵਰਤੋਂ ਕਰਦਾ ਹੈ। ਨੈਕਸਟ ਜਿਹੜਾ ਸਾਡਾ ਕੰਸੈਪਟ ਹੈ ਉਹ ਹੈ ਤੁਸ਼ਟੀ ਗੁਣ, ਉਪਯੋਗਤਾ, ਜਟਿਲਿਟੀ। ਇਹਨਾਂ ਦਾ ਅਰਥ ਸੇਮ ਹੈ। ਤੁਸ਼ਟੀ ਗੁਣ ਜਾਂ ਜਟਿਲਿਟੀ ਕੀ ਹੈ? ਕਿਸੇ ਵਸਤੂ ਦਾ ਉਹ ਗੁਣ ਹੈ ਜੋ ਕਿ ਉਪਭੋਗਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਉਪਭੋਗਤਾ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦਾ ਹੈ। ਇਹ ਕੀ ਆ? ਵਸਤੂ ਜਾਂ ਸੇਵਾਵਾਂ ਦਾ ਕੋਈ ਗੁਣ ਹੈ। ਗੁਣ ਵੀ ਅਸੀਂ ਇਸ ਨੂੰ ਆਖ ਸਕਦੇ ਹਾਂ। ਵਸਤੂ ਦੀ ਕੋਈ ਸ਼ਕਤੀ ਵੀ ਆਪਾਂ ਕਹਿ ਸਕਦੇ ਹਾਂ ਜਾਂ ਸਮਰੱਥਾ ਵੀ ਕਹਿ ਸਕਦੇ ਹਾਂ ਜੋ ਕਿ ਉਪਭੋਗਤਾ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਮਾਰਕਰ ਹੈ, ਲਿਖਣ ਦੀ ਜ਼ਰੂਰਤ ਨੂੰ ਮੇਰਾ ਪੂਰਾ ਕਰਦਾ ਹੈ। ਇਸ ਤਰੀਕੇ ਨਾਲ ਜੇਕਰ ਸਾਨੂੰ ਪਿਆਸ ਲੱਗਦੀ ਹੈ, ਪਾਣੀ ਦੇ ਵਿੱਚ ਕੀ ਆ? ਉਹ ਗੁਣ ਹੈ ਜੋ ਸਾਡੀ ਪਿਆਸ ਨੂੰ ਬੁਝਾਉਂਦਾ ਹੈ। ਇਹ ਗੁਣ ਕੀ ਆ? ਕਿਸੇ ਵਸਤੂ ਦੇ ਵਿੱਚ ਜਦੋਂ ਖਤਮ ਹੋ ਜਾਂਦਾ ਹੈ ਦੈਨ ਕੀ ਆ? ਸਾਡੀ ਉਸ ਵਸਤੂ ਦੇ ਵਿੱਚ ਯੂਟਿਲਿਟੀ ਵੀ ਖਤਮ ਹੋ ਜਾਂਦੀ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਮਾਰਕਰ ਹੈ ਜਦੋਂ ਇਹ ਲਿਖਣਾ ਬੰਦ ਹੋ ਜਾਏਗਾ, ਜਦੋਂ ਇਸ ਦੀ ਇੰਕ ਖਤਮ ਹੋ ਜਾਵੇਗੀ ਦੈਨ ਮੇਰੇ ਲਈ ਕੀ ਹੋਵੇਗਾ? ਯੂਜ਼ਲੈਸ ਹੋਵੇਗਾ। ਦੈਨ ਕੀ ਇਹਦੇ ਵਿੱਚ ਮੇਰੀ ਯੂਟਿਲਿਟੀ ਖਤਮ ਹੋ ਜਾਵੇਗੀ। ਇਸੇ ਤਰੀਕੇ ਨਾਲ ਤੁਹਾਡੀਆਂ 10th ਕਲਾਸ ਦੀ ਜਿਹੜੀ ਬੁੱਕਸ ਆ ਉਹਨਾਂ ਵਿੱਚ ਤੁਹਾਡੀ ਕੀ ਯੂਟਿਲਿਟੀ ਖਤਮ ਹੋ ਗਈ ਹੈ। ਕਿਉਂਕਿ ਉਹਨਾਂ ਦੇ ਵਿੱਚ ਕੀ ਹੈ? ਉਹ ਗੁਣ ਖਤਮ ਹੋ ਗਿਆ ਜੋ ਤੁਹਾਡੀ 11ਵੀਂ ਦੀ ਪੜ੍ਹਾਈ ਦੇ ਲਈ ਜ਼ਰੂਰੀ ਹੈ। ਸੋ ਆਪਾਂ ਕਹਿ ਸਕਦੇ ਹਾਂ ਤੁਸ਼ਟੀ ਗੁਣ ਆ, ਯੂਟਿਲਿਟੀ ਕੀ ਆ? ਇੱਕ ਵਸਤੂ ਦਾ ਗੁਣ ਹੈ, ਸ਼ਕਤੀ ਹੈ, ਪਾਵਰ ਹੈ, ਸਮਰੱਥਾ ਹੈ ਜੋ ਕਿ ਮਨੁੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ। ਅੱਗੇ ਜਾ ਕੇ ਅਸੀਂ ਦੇਖਦੇ ਹਾਂ ਕਿ ਤੁਸ਼ਟੀ ਗੁਣ ਦੇ ਜਿਹੜੇ ਮਾਪ ਆ ਦੋ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ। ਮਾਰਸ਼ਲ ਨਾਮ ਦੇ ਅਰਥ ਸ਼ਾਸਤਰੀ ਨੇ ਜਿਹੜਾ ਤੁਸ਼ਟੀ ਗੁਣ ਦਾ ਮਾਪ ਆ ਉਹ ਜੂਟਿਲਸ ਦੇ ਵਿੱਚ ਦਿੱਤਾ ਹੈ। ਜਿੱਦਾਂ ਆਪਾਂ ਕਹਿ ਸਕਦੇ ਹਾਂ ਕੱਪੜੇ ਦੀ ਮਿਣਤੀ ਜਾਂ ਲੰਬਾਈ ਦੇ ਵਿੱਚ ਅਸੀਂ ਕਰਦੇ ਹਾਂ, ਭਾਰ ਦਾ ਮਾਪ ਅਸੀਂ ਕਿਲੋਗ੍ਰਾਮ ਦੇ ਵਿੱਚ ਕਰਦੇ ਹਾਂ, ਪਾਣੀ ਜਾਂ ਦਰਵ ਜਿੱਦਾਂ ਦੁੱਧ ਦੀ ਜਿਹੜਾ ਮਾਪ ਹੈ ਉਹ ਅਸੀਂ ਲੀਟਰਾਂ ਵਿੱਚ ਕਰਦੇ ਹਾਂ। ਇਸੇ ਤਰੀਕੇ ਨਾਲ ਤੁਸ਼ਟੀ ਗੁਣ ਦਾ ਮਾਪ ਕੀ ਹੈ? ਜੂਟਿਲਸ ਦੇ ਵਿੱਚ ਕੀਤਾ ਜਾਂਦਾ ਹੈ। ਇਹ ਕੀ ਹੈ? ਗਣਨਾਵਾਚਕ ਧਾਰਨਾ ਹੈ ਜਿਹਦੇ ਵਿੱਚ ਕੀ ਆ? ਅਸੀਂ ਯੂਟਿਲਿਟੀ ਦੀ ਆਪਾਂ ਜੋੜ ਵੀ ਕਰ ਸਕਦੇ ਹਾਂ 1 2 3 4। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ 5 ਰੋਟੀਆਂ ਖਾਣ ਤੋਂ ਸਾਨੂੰ 20 ਜੂਟਿਲ ਜਿਹੜੇ ਆ ਪ੍ਰਾਪਤ ਹੋਏ ਆ, ਉਹ ਕੀ ਹੋਣਗੇ? ਇਹਨਾਂ ਦਾ ਅਸੀਂ ਜੋੜ ਕਰਦੇ ਜਾਵਾਂਗੇ। ਦੂਸਰੇ ਪਾਸੇ ਜੇ.ਆਰ. ਹਿਕਸ ਨੇ ਜਿਹੜੀ ਯੂਟਿਲਿਟੀ ਨੂੰ ਮਾਪਣ ਦੀ ਵਿਧੀ ਦੱਸੀ ਹੈ ਉਹਨੂੰ ਰੈਂਕ ਮੈਥਡ ਦੇ ਵਿੱਚ ਦੱਸਿਆ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕੌਫੀ ਤੋਂ ਯੂਟਿਲਿਟੀ ਸਾਨੂੰ ਵੱਧ ਪ੍ਰਾਪਤ ਹੁੰਦੀ ਹੈ ਐਜ਼ ਕੰਪੇਅਰ ਟੂ ਟੀ। ਇਸ ਵਿਧੀ ਨੂੰ ਅਸੀਂ ਕਰਮਵਾਚਕ ਜਾਂ ਤੁਲਨਾਤਮਕ ਅਧਿਐਨ ਕਹਿ ਸਕਦੇ ਹਾਂ ਕਿ ਅਸੀਂ ਤੁਲਨਾ ਕਰਦੇ ਹਾਂ ਦੋ ਵੱਖ-ਵੱਖ ਵਸਤੂਆਂ ਦੇ ਜਿਹਦੇ ਵਿੱਚ ਸਾਨੂੰ ਕਿਸੇ ਵਸਤੂ ਤੋਂ ਵੱਧ ਯੂਟਿਲਿਟੀ ਪ੍ਰਾਪਤ ਹੁੰਦੀ ਹੈ, ਕਿਸੇ ਵਸਤੂ ਤੋਂ ਘੱਟ ਯੂਟਿਲਿਟੀ ਪ੍ਰਾਪਤ ਹੁੰਦੀ ਹੈ। ਨੈਕਸਟ ਅਸੀਂ ਯੂਟਿਲਿਟੀ ਦੀਆਂ ਟਾਈਪਸ ਕਰਾਂਗੇ ਜਿਹਦੇ ਵਿੱਚ ਪਹਿਲੀ ਟਾਈਪਸ ਆ ਕੁੱਲ ਤੁਸ਼ਟੀ ਗੁਣ ਜਾਂ ਫਿਰ ਟੋਟਲ ਯੂਟਿਲਿਟੀ। ਕੁੱਲ ਤੁਸ਼ਟੀ ਗੁਣ ਜਾਂ ਟੋਟਲ ਯੂਟਿਲਿਟੀ ਕੀ ਹੁੰਦੀ ਹੈ? ਕਿਸੇ ਵਸਤੂ ਦੀਆਂ ਵੱਖ-ਵੱਖ ਇਕਾਈਆਂ ਦੀ ਵਰਤੋਂ ਕਰਨ ਦੇ ਨਾਲ ਜੋ ਸਾਡਾ ਤੁਸ਼ਟੀ ਗੁਣ ਪ੍ਰਾਪਤ ਹੁੰਦਾ ਹੈ ਉਹਨਾਂ ਦਾ ਅਸੀਂ ਜੋੜ ਕਰਾਂਗੇ, ਦੈਨ ਉਸ ਨੂੰ ਕੀ ਕਹਾਂਗੇ? ਅਸੀਂ ਕੁੱਲ ਤੁਸ਼ਟੀ। ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ 5 ਬਿਸਕੁਟ ਖਾਣ ਦੇ ਨਾਲ ਸਾਡੀ ਜਿਹੜੀ ਕੁੱਲ ਤੁਸ਼ਟੀ ਗੁਣ ਕੀ ਹੈ? 20 ਹੋ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਕਿ ਜਦੋਂ ਅਸੀਂ ਪਹਿਲਾ ਬਿਸਕੁਟ ਖਾਂਦੇ ਹਾਂ ਤਾਂ ਸਾਨੂੰ ਕੁੱਲ ਯੂਟਿਲਿਟੀ ਸਾਡੀ ਕਿੰਨੀ ਹੋ ਜਾਂਦੀ? 8 ਹੋ ਜਾਂਦੀ ਹੈ। ਦੂਸਰਾ ਬਿਸਕੁਟ ਖਾਣ ਦੇ ਨਾਲ ਸਾਡੀ ਯੂਟਿਲਿਟੀ 14 ਹੋ ਜਾਂਦੀ ਹੈ। ਤੀਸਰਾ ਖਾਣ ਦੇ ਨਾਲ 18 ਤੇ ਚੌਥਾ ਖਾਣ ਦੇ ਨਾਲ ਸਾਡਾ ਕੀ ਹੈ? ਕੁੱਲ ਤੁਸ਼ਟੀ ਗੁਣ ਦਾ ਜੋੜ 20 ਹੋ ਜਾਂਦਾ ਹੈ। ਤੇ ਪੰਜਵਾਂ ਬਿਸਕੁਟ ਖਾਣ ਦੇ ਨਾਲ ਸਾਡਾ ਕੁੱਲ ਤੁਸ਼ਟੀ ਗੁਣ 20 ਹੀ ਰਹਿੰਦਾ ਹੈ। ਭਾਵ ਤੁਸ਼ਟੀ ਗੁਣ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ, ਸਥਿਰ ਰਹਿੰਦਾ ਹੈ। ਇਸ ਦਾ ਫਾਰਮੂਲਾ ਕੀ ਹੈ? QX ਮਤਲਬ X ਵਸਤੂ, ਜਿਹੜੀ ਵੀ ਵਸਤੂ ਅਸੀਂ ਭੋਗ ਕਰ ਰਹੇ ਹਾਂ ਉਸ ਦੀ ਮਾਤਰਾ ਕਿਸ ਤੇ ਡਿਪੈਂਡ ਕਰਦੀ ਹੈ? ਕੁੱਲ ਤੁਸ਼ਟੀ ਗੁਣ। TU ਮਤਲਬ ਟੋਟਲ ਯੂਟਿਲਿਟੀ ਆਫ X ਗੁੱਡਸ। ਸੋ ਅਸੀਂ ਕਹਿ ਸਕਦੇ ਹਾਂ ਕਿਸੇ ਵਸਤੂ ਦੀਆਂ ਵੱਖ-ਵੱਖ ਇਕਾਈਆਂ ਦਾ ਅਸੀਂ ਉਪਭੋਗ ਕਰਦੇ ਹਾਂ, ਵਰਤੋਂ ਕਰਦੇ ਹਾਂ, ਉਸ ਦੇ ਨਾਲ ਜੋ ਸਾਨੂੰ ਤੁਸ਼ਟੀ ਗੁਣ ਜਾਂ ਯੂਟਿਲਿਟੀ ਪ੍ਰਾਪਤ ਹੁੰਦੀ ਹੈ ਉਹਨਾਂ ਦਾ ਅਸੀਂ ਜੋੜ ਕਰਾਂਗੇ ਤਾਂ ਉਸ ਨੂੰ ਕੀ ਕਹਾਂਗੇ? ਅਸੀਂ ਕੁੱਲ ਤੁਸ਼ਟੀ ਗੁਣ। ਜਿਹੜੀ ਸੈਕੰਡ ਟਾਈਪ ਹੈ ਉਹ ਹੈ ਸਮਾਨ ਤੁਸ਼ਟੀ ਗੁਣ। ਸਮਾਨ ਤੁਸ਼ਟੀ ਗੁਣ ਦਾ ਸੰਬੰਧ ਹੈ ਪਰਿਵਰਤਨ ਦੇ ਨਾਲ ਹੁੰਦਾ ਹੈ। ਕਿਸੇ ਵੀ ਵਸਤੂ ਦੇ ਅਸੀਂ ਵਾਧੂ ਇਕਾਈ ਦਾ ਉਪਭੋਗ ਕਰਨ ਦੇ ਨਾਲ ਕੁੱਲ ਤੁਸ਼ਟੀ ਗੁਣ ਦੇ ਵਿੱਚ ਜੋ ਵੀ ਪਰਿਵਰਤਨ ਆਉਂਦਾ ਹੈ, ਜੋ ਵੀ ਚੇਂਜ ਆਉਂਦਾ ਹੈ ਜਾਂ ਵਾਧਾ ਜਾਂ ਘਟਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਸਮਾਂਤ ਤੁਸ਼ਟੀ ਗੁਣ ਕਹਿੰਦੇ ਹਾਂ। ਕਿਸੇ ਵਸਤੂ ਦੀ ਇੱਕ ਵਾਧੂ ਇਕਾਈ ਦੀ ਵਰਤੋਂ ਕਰਨ ਦੇ ਨਾਲ ਜੋ ਵੀ ਸਾਡਾ ਕੁੱਲ ਤੁਸ਼ਟੀ ਗੁਣ ਦੇ ਵਿੱਚ ਪਰਿਵਰਤਨ ਆਉਂਦਾ ਹੈ
ਉਸ ਨੂੰ ਅਸੀਂ ਕਹਿੰਦੇ ਹਾਂ ਸਮਾਨ ਤੁਸ਼ਟੀ ਗੁਣ। ਇਹਦੇ 'ਚ ਪਰਿਵਰਤਨ ਆਪਾਂ ਕਿਹਦੇ 'ਚ ਦੇਖਣਾ, ਕੁੱਲ ਤੁਸ਼ਟੀ ਗੁਣ ਵਿੱਚ ਜੋ ਵੀ ਪਰਿਵਰਤਨ ਆਏਗਾ ਉਸ ਨੂੰ ਅਸੀਂ ਸਮਾਨ ਤੁਸ਼ਟੀ ਗੁਣ ਕਹਾਂਗੇ। ਇਹਦਾ ਫਾਰਮੂਲਾ ਕੀ ਆ, ਐਮ ਮਤਲਬ ਮਾਰਜਨਲ ਭਾਵ ਸੀਮਾਂਤ, ਯੂ ਦਾ ਮਤਲਬ ਯੂਟਿਲਿਟੀ ਜਿਸ ਨੂੰ ਆਪਾਂ ਕੀ ਕਹਿੰਦੇ ਆ ਤੁਸ਼ਟੀ ਗੁਣ, ਟੋਟਲ ਯੂਟਿਲਿਟੀ ਟੀ ਯੂ, ਐਨ ਮਤਲਬ ਨੰਬਰ ਆਫ ਕਿੰਨੀਆਂ ਅਸੀਂ ਵਸਤੂਆਂ ਦੀ ਵਰਤੋਂ ਕੀਤੀ ਹੈ ਇਕਾਈਆਂ ਦੀ, ਤੇ ਪ੍ਰੀਵੀਅਸ ਨੂੰ ਅਸੀਂ ਮਾਈਨਸ ਕਰਦੇ ਜਾਣਾ ਹੈ। ਇਸ ਨੂੰ ਅਸੀਂ ਕੈਲਕੂਲੇਟ ਵੀ ਕਰਕੇ ਦੇਖ ਸਕਦੇ ਹਾਂ, ਜਿਵੇਂ ਆਪਾਂ ਕਹਿ ਸਕਦੇ ਇੱਥੇ ਅਸੀਂ MUX ਜਾਂ ਮਾਰਜਨਲਿਟੀ ਆਫ ਐਕਸ ਗੁਡਸ ਦੀ ਕਾਊਂਟ ਕਰਨੀ। ਪਹਿਲੀ ਇਕਾਈ ਜਿਹੜੀ ਅਸੀਂ ਵਰਤੋਂ ਕੀਤੀ ਸਾਨੂੰ ਟੋਟਲ ਯੂਟਿਲਿਟੀ ਕਿੰਨੀ ਸੀ, 8 ਸੀ, ਤਾਂ ਸਾਡਾ ਮਾਰਜਨਲਿਟੀ ਵੀ 8 ਰਹੇਗਾ। ਤੇ ਇਹਨਾਂ ਦੇ ਵਿਚਕਾਰ ਜੋ ਵੀ ਅਸੀਂ ਮੰਨ ਲਓ ਦੂਸਰੀ ਵਸਤੂ ਦੀ ਇਕਾਈ ਦੀ ਵਰਤੋਂ ਕਰਨ ਦੇ ਨਾਲ ਸਾਡਾ ਜਿਹੜਾ ਟੋਟਲ ਯੂਟਿਲਿਟੀ ਦੇ ਵਿੱਚ ਫਰਕ ਆਇਆ ਉਹ ਹੈ 6, ਮਤਲਬ ਮਾਰਜਨਲਿਟੀ ਸਾਡੀ ਕੀ ਆ 6 ਆਵੇਗੀ। ਉਸ ਤੋਂ ਬਾਅਦ ਤੀਸਰੀ ਵਸਤੂ ਦੀ ਵਰਤੋਂ ਕਰਨ ਦੇ ਨਾਲ ਸਾਡਾ ਜਿਹੜਾ ਟੋਟਲ ਯੂਟਿਲਿਟੀ ਦੇ ਵਿੱਚ ਅੰਤਰ ਆਇਆ ਸੀ ਉਹ ਹੈ 4 ਕੀ ਸਾਡਾ ਮਾਰਜਨਲਿਟੀ ਹੈ। ਜੋ ਵੀ ਇਹਦੇ ਵਿੱਚ ਫਰਕ ਪਾਇਆ ਜਾਂਦਾ ਹੈ ਵਸਤੂ ਦੀ ਵਾਧੂ ਇਕਾਈ ਦੀ ਵਰਤੋਂ ਕਰਨ ਦੇ ਨਾਲ ਉਹ ਸਾਡਾ ਕੀ ਹੋਵੇਗਾ, ਮਾਰਜਨਲ ਯੂਟਿਲਿਟੀ ਹੋਵੇਗਾ। ਹੁਣ ਦੇਖੋ ਪੰਜਵੀਂ ਇਕਾਈ ਦੀ ਵਰਤੋਂ ਕਰਨ ਦੇ ਨਾਲ ਸਾਡੀ ਟੋਟਲ ਯੂਟਿਲਿਟੀ ਵਿੱਚ ਕੋਈ ਵੀ ਫਰਕ ਨਹੀਂ ਆ। ਇਟ ਮੀਨਸ ਕਿ ਸਾਡਾ ਜਿਹੜਾ ਮਾਰਜਨਲ ਯੂਟਿਲਿਟੀ ਆ ਉਹ ਕੀ ਹੋਵੇਗਾ, 0 ਹੋਵੇਗਾ, 0 ਹੋਵੇਗਾ। ਇਸ ਤਰ੍ਹਾਂ ਅਸੀਂ ਦੇਖ ਸਕਦੇ ਕਿ ਸਾਡਾ ਜਿਹੜਾ ਮਾਰਜਨਲ ਯੂਟਿਲਿਟੀ ਦੀ ਗਣਨਾ ਅਸੀਂ ਕੀ ਕਰਦੇ ਹਾਂ, ਟੋਟਲ ਯੂਟਿਲਿਟੀ ਚੋਂ ਕਰਦੇ ਹਾਂ। ਜੋ ਵੀ ਟੋਟਲ ਯੂਟਿਲਿਟੀ ਦੇ ਵਿੱਚ ਪਰਿਵਰਤਨ ਆਉਂਦਾ ਆ ਉਸ ਨੂੰ ਅਸੀਂ ਕਹਿੰਦੇ ਹਾਂ ਮਾਰਜਨਲ ਯੂਟਿਲਿਟੀ ਕਹਿੰਦੇ ਹਾਂ, ਸਮਾਨ ਤੁਸ਼ਟੀ ਗੁਣ ਆਖਦੇ ਹਾਂ। ਸਟੂਡੈਂਟਸ ਅੱਗੇ ਜਾ ਕੇ ਸਮਾਨ ਤੁਸ਼ਟੀ ਗੁਣ ਨੂੰ ਅਸੀਂ 3 ਭਾਗਾਂ 'ਚ ਵੰਡਦੇ ਹਾਂ। ਪਹਿਲਾ ਭਾਗ ਕੀ ਹੈ, ਧਨਾਤਮਕ, ਦੂਸਰਾ ਕੀ 0, ਤੀਸਰਾ ਰਿਣਾਤਮਕ। ਹੁਣ ਅਸੀਂ ਟੇਬਲ ਦੇ ਜ਼ਰੀਏ ਆਪਾਂ ਦੇਖਾਂਗੇ ਕਿ ਧਨਾਤਮਕ ਕਦੋਂ ਹੁੰਦੀ ਹੈ ਸਮਾਨ ਤੁਸ਼ਟੀ ਗੁਣ, ਰਿਣਾਤਮਕ ਕਦੋਂ ਹੁੰਦੀ ਹੈ, 0 ਕਦੋਂ ਹੁੰਦੀ ਹੈ। ਆਪਾਂ ਟੇਬਲ ਦੇ ਵਿੱਚ ਕੀ ਆ 4 ਕਾਲਮ ਲਏ ਹਨ। ਪਹਿਲੇ ਕਾਲਮ ਦੇ ਵਿੱਚ QX ਭਾਵ ਇਕਾਈਆਂ ਲਈਆਂ ਹਨ ਕਿਸੇ ਵਸਤੂ ਦੀਆਂ। ਦੂਸਰੇ ਕਾਲਮ ਦੇ ਵਿੱਚ ਅਸੀਂ TUX ਭਾਵ ਟੋਟਲ ਯੂਟਿਲਿਟੀ ਆਫ ਐਕਸ ਗੁਡਸ। ਤੀਸਰਾ ਜਿਹੜਾ ਕਾਲਮ ਹੈ ਉਹ ਮਾਰਜਨਲ ਯੂਟਿਲਿਟੀ ਆਫ ਐਕਸ ਗੁਡਸ ਭਾਵ ਸਮਾਨ ਤੁਸ਼ਟੀ ਗੁਣ। ਫੋਰਥ ਦੇ ਵਿੱਚ ਅਸੀਂ ਵਰਗੀਕਰਨ ਕੀਤਾ ਹੈ ਕਿ ਧਨਾਤਮਕ, 0 ਤੇ ਰਿਣਾਤਮਕ ਕਿੱਥੇ ਹੈ ਸਾਡੀ ਸਮਾਨ ਤੁਸ਼ਟੀ ਗੁਣ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜਦੋਂ ਕਿਸੇ ਵੀ ਵਸਤੂ ਦਾ ਭੋਗ ਨਹੀਂ ਕੀਤਾ ਜਾਂਦਾ 0 ਹੁੰਦਾ ਹੈ ਤਾਂ ਸਾਡਾ ਟੋਟਲ ਯੂਟਿਲਿਟੀ ਵੀ 0 ਹੁੰਦੀ ਹੈ ਤੇ ਸਾਡਾ ਮਾਰਜਨਲ ਯੂਟਿਲਿਟੀ ਅਸੀਂ ਕੈਲਕੂਲੇਟ ਨਹੀਂ ਕਰ ਸਕਦੇ। ਜਦੋਂ ਅਸੀਂ ਪਹਿਲੀ ਵਸਤੂ ਦੀ ਪਹਿਲੀ ਇਕਾਈ ਦਾ ਭੋਗ ਕਰਦੇ ਹਾਂ ਤਾਂ ਸਾਡੀ ਟੋਟਲ ਯੂਟਿਲਿਟੀ ਕਿੰਨੀ ਹੁੰਦੀ ਹੈ, 8 ਹੁੰਦੀ ਹੈ ਤੇ ਸਾਡੀ ਮਾਰਜਨਲ ਯੂਟਿਲਿਟੀ ਵੀ ਕੀ ਹੈ, 8 ਹੋਵੇਗੀ। ਕਿਉਂਕਿ ਅਸੀਂ 8 0 ਤੇ 8 ਦਾ ਮਾਈਨਸ ਕਰਾਂਗੇ ਤਾਂ ਸਾਡੀ ਮਾਰਜਨਲ ਯੂਟਿਲਿਟੀ 'ਚ ਜਿਹੜਾ ਚੇਂਜ ਆਇਆ ਉਹ ਕੀ ਹੈ, 8 ਹੋਵੇਗਾ। ਜਦੋਂ ਅਸੀਂ ਦੂਸਰੀ ਵਸਤੂ ਦਾ ਭੋਗ ਕਰਦੇ ਹਾਂ ਦੈਨ ਸਾਡਾ ਜਿਹੜਾ ਟੋਟਲ ਯੂਟਿਲਿਟੀ ਕਿੰਨੀ ਹੋ ਜਾਂਦੀ, 14 ਹੋ ਜਾਂਦੀ ਹੈ ਤੇ ਸਾਡੀ ਟੋਟਲ ਯੂਟਿਲਿਟੀ 'ਚ ਪਰਿਵਰਤਨ ਕਿੰਨਾ ਆਇਆ ਹੈ, 14 - 8 = 6। ਉਹ ਕੀ ਹੋਵੇਗਾ, ਮਾਰਜਨਲ ਯੂਟਿਲਿਟੀ ਹੋਵੇਗਾ। ਥਰਡ ਵਸਤੂ ਦਾ ਭੋਗ ਕਰਨ ਦੇ ਨਾਲ ਸਾਡੀ ਜਿਹੜੀ ਟੋਟਲ ਯੂਟਿਲਿਟੀ 18 ਹੋ ਜਾਂਦੀ ਹੈ ਤੇ ਸਾਡੀ ਮਾਰਜਨਲ ਯੂਟਿਲਿਟੀ ਜੋ ਕਿ ਟੋਟਲ ਯੂਟਿਲਿਟੀ ਦਾ ਅੰਤਰ ਹੈ ਉਹ ਕੀ ਹੋਵੇਗਾ, 4 ਹੋਵੇਗਾ। ਇਸ ਤੋਂ ਬਾਅਦ ਚੌਥੀ ਇਕਾਈ ਦਾ ਭੋਗ ਕਰਨ ਦੇ ਨਾਲ ਸਾਡਾ ਜਿਹੜਾ ਟੋਟਲ ਯੂਟਿਲਿਟੀ ਉਹ 20 ਹੈ, 20 ਹੋ ਜਾਂਦਾ ਤੇ ਮਾਰਜਨਲ ਯੂਟਿਲਿਟੀ ਸਾਡਾ ਕੀ ਆ, ਉਹ 2 ਹੋ ਜਾਂਦਾ ਹੈ ਘਟ ਕੇ। ਇਸ ਤਰੀਕੇ ਨਾਲ ਪੰਜਵੀਂ ਵਸਤੂ ਦਾ ਭੋਗ ਕਰਨ ਦੇ ਨਾਲ ਸਾਡੀ ਟੋਟਲ ਯੂਟਿਲਿਟੀ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ, ਦੋਨੇ ਹੀ ਸਮੇਂ 20 ਹਨ। 4 ਚੌਥੀ ਵਸਤੂ ਦਾ ਭੋਗ ਕਰਨ ਤੇ ਪੰਜਵੀਂ ਦਾ। ਇਸ ਤਰ੍ਹਾਂ ਸਾਡੀ ਜਿਹੜੀ ਮਾਰਜਨਲ ਯੂਟਿਲਿਟੀ ਵੀ ਹੈ ਉਹ 0 ਹੋਵੇਗੀ ਕਿਉਂਕਿ ਟੋਟਲ ਯੂਟਿਲਿਟੀ ਦੇ ਵਿੱਚ ਕੋਈ ਵੀ ਚੇਂਜ ਨਹੀਂ ਪਾਇਆ ਜਾਂਦਾ। ਛੇਵੀਂ ਵਸਤੂ ਦਾ ਭੋਗ ਕਰਨ ਦੇ ਨਾਲ ਸਾਡੀ ਟੋਟਲ ਯੂਟਿਲਿਟੀ ਘਟ ਕੇ 20 ਤੋਂ 18 ਹੋ ਜਾਂਦੀ ਹੈ ਜਿਸ ਦੇ ਨਾਲ ਸਾਡੀ ਮਾਰਜਨਲ ਯੂਟਿਲਿਟੀ ਵੀ ਕੀ ਹੈ, ਰਿਣਾਤਮਕ ਹੋ ਜਾਂਦੀ ਹੈ, -2 ਹੋ ਜਾਂਦੀ ਹੈ। ਹੁਣ ਅਸੀਂ ਇਹ ਦੇਖਣਾ ਕਿ ਟੋਟਲ ਯੂਟਿਲਿਟੀ ਦੇ ਕਾਰਨ ਸਾਡੀ ਮਾਰਜਨਲ ਯੂਟਿਲਿਟੀ ਦੇ ਉੱਪਰ ਕੀ ਫਰਕ ਪੈਂਦਾ ਹੈ ਜਾਂ ਮਾਰਜਨਲ ਯੂਟਿਲਿਟੀ ਦੇ ਕਾਰਨ ਟੋਟਲ ਯੂਟਿਲਿਟੀ ਦੇ ਉੱਪਰ ਕੀ ਫਰਕ ਪੈਂਦਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖੀਏ ਜਦੋਂ ਪਹਿਲੀਆਂ 4 ਵਸਤੂਆਂ ਦਾ ਭੋਗ ਕੀਤਾ ਜਾਂਦਾ ਹੈ ਤਾਂ ਸਾਡੀ ਮਾਰਜਨਲ ਯੂਟਿਲਿਟੀ ਕੀ ਹੈ, ਧਨਾਤਮਕ ਹੈ, ਪਰ ਕੀ ਉਹ ਘਟਦੀ ਹੋਈ ਹੈ 8 6 4 2। ਇਸ ਤੋਂ ਸਿੱਧ ਹੁੰਦਾ ਹੈ ਕਿ ਜਦੋਂ ਸਾਡੀ ਮਾਰਜਨਲ ਯੂਟਿਲਿਟੀ ਧਨਾਤਮਕ ਹੁੰਦੀ ਹੈ ਤਾਂ ਸਾਡੀ ਟੋਟਲ ਯੂਟਿਲਿਟੀ ਕੀ ਆ, ਉਹ ਵੱਧਦੀ ਸ਼ੋ ਹੁੰਦੀ ਹੈ। ਜਿਵੇਂ ਇੱਥੇ 8 14 18 20 ਤੱਕ ਕੀ ਆ, ਵੱਧ ਰਹੀ ਹੈ। ਸੋ ਆਪਾਂ ਕਹਿ ਸਕਦੇ ਹਾਂ ਮਾਰਜਨਲ ਯੂਟਿਲਿਟੀ ਕਦੋਂ ਧਨਾਤਮਕ ਹੁੰਦੀ ਹੈ, ਜਦੋਂ ਤੱਕ ਟੋਟਲ ਯੂਟਿਲਿਟੀ ਵੱਧਦੀ। ਤੇ ਦੂਸਰਾ, ਜਦੋਂ ਵੀ ਮਾਰਜਨਲ ਯੂਟਿਲਿਟੀ ਸਾਡੀ 0 ਹੋ ਜਾਂਦੀ ਹੈ ਉਸ ਸਮੇਂ ਕੀ ਹੈ, ਸਾਡੀ ਟੋਟਲ ਯੂਟਿਲਿਟੀ ਅਧਿਕਤਮ ਹੁੰਦੀ ਹੈ। ਜਿਵੇਂ ਕਿ ਟੇਬਲ ਦੇ ਵਿੱਚ ਮੈਕਸਿਮਮ ਵੈਲਿਊ 20 ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਟੋਟਲ ਯੂਟਿਲਿਟੀ ਸਾਡੀ 20 ਜਿਹੜੀ ਹੈ ਮੈਕਸਿਮਮ ਹੈ। ਇਸ ਕਾਰਨ ਉਸ ਜਗ੍ਹਾ ਤੇ ਸਾਡਾ ਜਿਹੜਾ ਟੋਟਲ ਯੂਟਿਲਿਟੀ ਦੇ ਕਾਰਨ ਮਾਰਜਨਲ ਯੂਟਿਲਿਟੀ ਕੀ ਹੈ, 0 ਪਾਇਆ ਜਾਂਦਾ ਹੈ। ਤੇ ਥਰਡ ਪੁਆਇੰਟ, ਜਦੋਂ ਟੋਟਲ ਯੂਟਿਲਿਟੀ ਸਾਡੀ ਘਟਣੀ ਸ਼ੁਰੂ ਹੋ ਜਾਂਦੀ, -2 ਹੋ ਜਾਂਦੀ ਤਾਂ ਮਾਰਜਨਲ ਯੂਟਿਲਿਟੀ ਸਾਡੀ ਕੀ ਆ, ਰਿਣਾਤਮਕ ਹੋ। ਆਪਾਂ ਕਹਿ ਸਕਦੇ ਕਿ ਮਾਰਜਨਲ ਯੂਟਿਲਿਟੀ ਤੇ ਟੋਟਲ ਯੂਟਿਲਿਟੀ ਦੇ ਵਿੱਚ ਇੱਕ ਸੰਬੰਧ ਪਾਇਆ ਜਾਂਦਾ ਹੈ ਕਿ ਜਦੋਂ ਤੱਕ ਸਾਡੀ ਮਾਰਜਨਲ ਯੂਟਿਲਿਟੀ ਧਨਾਤਮਕ ਰਹੇਗੀ ਉਦੋਂ ਤੱਕ ਟੋਟਲ ਯੂਟਿਲਿਟੀ ਕੀ ਆ, ਵੱਧਦੀ ਰਹੇਗੀ। ਜਦੋਂ ਸਾਡੀ ਮਾਰਜਨਲ ਯੂਟਿਲਿਟੀ 0 ਹੋ ਜਾਂਦੀ ਹੈ ਤਾਂ ਸਾਡੀ ਟੋਟਲ ਯੂਟਿਲਿਟੀ ਉਸ ਸਮੇਂ ਕੀ ਅਧਿਕਤਮ ਹੁੰਦੀ ਹੈ। ਜਦੋਂ ਸਾਡੀ ਮਾਰਜਨਲ ਯੂਟਿਲਿਟੀ ਰਿਣਾਤਮਕ ਭਾਵ ਮਾਈਨਸ 'ਚ ਹੋ ਜਾਂਦੀ ਹੈ ਤਾਂ ਸਾਡੀ ਟੋਟਲ ਯੂਟਿਲਿਟੀ ਘਟਣਾ ਸ਼ੁਰੂ ਹੋ ਜਾਂਦੀ। ਇਹ ਕੁਐਸਚਨ ਤੁਹਾਨੂੰ 1 ਜਾਂ 2 ਨੰਬਰ 'ਚ ਪੁੱਛੇ ਜਾ ਸਕਦੇ ਆ ਕਿ ਜਦੋਂ ਮਾਰਜਨਲ ਯੂਟਿਲਿਟੀ ਧਨਾਤਮਕ ਹੁੰਦੀ ਹੈ ਤਾਂ ਉਸ ਸਮੇਂ ਟੋਟਲ ਯੂਟਿਲਿਟੀ ਕੀ ਹੁੰਦੀ, ਉਹਦੀ ਸਥਿਤੀ ਤਾਂ ਉਹ ਕੀ ਹੋਵੇਗੀ, ਵੱਧਦੀ ਹੋਵੇਗੀ। ਜਦੋਂ ਮਾਰਜਨਲ ਯੂਟਿਲਿਟੀ 0 ਹੋਵੇਗੀ ਤਾਂ ਟੋਟਲ ਯੂਟਿਲਿਟੀ ਅਧਿਕਤਮ ਹੋਵੇਗੀ।
ਜਦੋਂ ਮਾਰਜਨਿਟੀਲਿਟੀ ऋणात्मक ਹੁੰਦੀ ਹੈ ਤਾਂ ਟੋਟਲਿਟੀ ਦੀ ਸਥਿਤੀ ਕੀ ਹੋ। ਇਸ ਤਰੀਕੇ ਨਾਲ ਵੀ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਇਸ ਤੋਂ ਉਲਟ ਵੀ ਪੁੱਛਿਆ ਜਾ ਸਕਦਾ ਕਿ ਜਦੋਂ ਟੋਟਲਿਟੀ ਵੱਧਦੀ ਹੈ ਉਸ ਸਮੇਂ ਮਾਰਜਨਿਟੀਲਿਟੀ ਕੀ ਹੁੰਦੀ ਹੈ, ਧਨਾਤਮਕ ਹੁੰਦੀ ਹੈ। ਜਦੋਂ ਟੋਟਲਿਟੀ ਅਧਿਕਤਮ ਹੁੰਦੀ ਹੈ ਉਸ ਸਮੇਂ ਮਾਰਜਨਿਟੀਲਿਟੀ ਕੀ ਹੁੰਦੀ ਹੈ, ਸਿਫਰ ਹੁੰਦੀ ਹੈ। ਜਦੋਂ ਟੋਟਲਿਟੀ ਘਟਣਾ ਸ਼ੁਰੂ ਹੋ ਜਾਂਦੀ ਹੈ ਉਸ ਸਮੇਂ ਮਾਰਜਨਿਟੀਲਿਟੀ ਕੀ ਹੈ, ऋणात्मक ਹੁੰਦੀ ਹੈ। ਸੋ ਇਹ ਜਿਹੜਾ ਕੁਐਸਚਨ ਹੈ ਤੁਹਾਨੂੰ 1 ਜਾਂ 2 ਨੰਬਰ ਦੇ ਵਿੱਚ ਤੁਹਾਨੂੰ ਇੱਕ ਲਾਈਨ ਦੇ ਵਿੱਚ ਸਹੀ ਗਲਤ ਖਾਲੀ ਥਾਂ ਵਿੱਚ ਪੁੱਛਿਆ ਜਾ ਸਕਦੇ ਆ। ਇਹਨਾਂ ਨੂੰ ਬੇਸ ਮੰਨ ਕੇ ਹੀ ਅਸੀਂ ਅੱਗੇ ਜਾ ਕੇ ਇਸ ਲੈਸਨ ਦੇ ਬੜੇ ਕੁਐਸਚਨ 4-4 ਜਾਂ 6-6 ਨੰਬਰਾਂ ਦੇ ਕਰਾਂਗੇ। ਸੋ ਇਹਨਾਂ ਕੁਐਸਚਨ ਨੂੰ ਤੁਸੀਂ ਬਰੀਕੀ ਦੇ ਨਾਲ ਸਮਝਣਾ ਹੈ, ਇਹਨਾਂ ਦੇ ਆਨਸਰ ਨੂੰ ਚੰਗੀ ਤਰੀਕੇ ਨਾਲ ਯਾਦ ਕਰਨਾ ਹੈ। ਇਹਨਾਂ ਟੇਬਲਸ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਟੋਟਲਿਟੀ ਜਾਂ ਮਾਰਜਨਿਟੀਲਿਟੀ ਦੇ ਵਿੱਚ ਸੰਬੰਧ ਕਿਹੋ ਜਿਹਾ ਪਾਇਆ ਜਾਂਦਾ ਹੈ। ਸੋ ਉਮੀਦ ਹੈ ਤੁਹਾਨੂੰ ਅੱਜ ਦਾ ਜਿਹੜਾ ਟੌਪਿਕ ਹੈ ਕਲੀਅਰ ਹੋ ਗਿਆ ਹੋਵੇਗਾ। ਇਸ ਟੌਪਿਕ ਨਾਲ ਰਿਲੇਟਡ ਜਿਹੜਾ ਕੁਇਜ਼ ਹੈ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੈ, ਉਸ ਨੂੰ ਤੁਸੀਂ ਕੀ ਹੱਲ ਕਰਨਾ ਹੈ, ਹੱਲ ਕਰਕੇ ਆਪਣੀ ਨੌਲੇਜ ਨੂੰ ਚੈੱਕ ਕਰਨਾ ਹੈ ਜੋ ਤੁਹਾਨੂੰ ਵੀਡੀਓ ਤੋਂ ਪ੍ਰਾਪਤ ਹੋਈ ਹੈ। ਸੋ ਉਮੀਦ ਹੈ ਤੁਹਾਨੂੰ ਅੱਜ ਦਾ ਟੌਪਿਕ ਕਲੀਅਰ ਹੋ ਗਿਆ ਹੋਵੇ। ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ।